असलामुअलैकुम जी, मेरी तरफों सब ਨੂੰ ਵਾਮ ਵੈਲਕਮ ਮੇਰੇ ਚੈਨਲ ਤੇ। ਜਿਨ੍ਹਾਂ ਲੋਕਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਦਿਆ ਕਰੋ, ਲਾਈਕ ਕਰਿਆ ਕਰੋ ਤਾਂ ਕਿ ਸਾਡੀ ਹਰ ਆਉਣ ਵਾਲੀ ਨਈ ਵੀਡੀਓ ਤੁਹਾਨੂੰ ਮਿਲਦੀ ਰਹੇ, ਸਾਡੀ ਵੀ ਹੌਸਲਾ ਅਫਜ਼ਾਈ ਹੋਵੇ। ਤੇ ਅੱਜ ਦਾ ਬੇਸਿਕ ਜਿਹੜਾ ਟੌਪਿਕ ਸੀ ਉਹ ਹੈ ਸੀ ਵੀਡੀਓ ਦਾ ਕਿ 에ਅਰਪੋਰਟ ਤੇ ਜਦੋਂ ਵੀ ਅਸੀਂ ਕੋ ਜਾਂਦੇ ਆ ਆਪਣੇ ਕਿਸੇ ਵੀ ਮੁਲਕ ਤੋਂ ਦੂਸਰੇ ਮੁਲਕ, ਆਪਣੇ ਓਰੀਜਨ ਮੁਲਕ ਤੋਂ ਅਸੀਂ ਜਾਂ ਡੈਸਟੀਨੇਸ਼ਨ ਮੁਲਕ ਜਾਂਦੇ ਆ ਜਾਂ ਫਿਰ ਅਸੀਂ ਬਾਹਰੋਂ ਅਸੀਂ ਆਪਣੇ ਮੁਲਕ ਜਾਂਦੇ ਆ ਤੇ ਹਮੇਸ਼ਾ ਅਸੀਂ ਬੜੇ ਸਟ੍ਰੈਸਫੁਲ ਹੁੰਦੇ ਆ ਕਿ ਸਾਡੇ ਨਾਲ 에ਅਰਪੋਰਟ ਤੇ ਕੀ ਹੋਵੇਗਾ। ਇਹ ਹਮੇਸ਼ਾ ਖਾਸ ਕਰਕੇ ਇਮੀਗ੍ਰੇਸ਼ਨ ਪ੍ਰੋਸੈਸ ਜਿਹੜਾ ਹਾਂ ਉਹ ਆਪਣੇ ਮੁਲਕ ਦਾ ਹੋਵੇ, ਹਾਂ ਉਹ ਡੈਸਟੀਨੇਸ਼ਨ ਮੁਲਕ ਦਾ ਹੋਵੇ ਹੈ, ਇਹ ਹਮੇਸ਼ਾ ਸਟ੍ਰੈਸਫੁਲ ਰਹਿੰਦਾ ਹੈ, ਬੰਦਾ ਕਨਫਿਊਜ਼ ਰਹਿੰਦਾ ਹੈ, ਪਤਾ ਨਹੀਂ ਉੱਥੇ ਕੀ ਹੋ ਜਾਏਗਾ। ਜਾਂ ਇਸ ਤੋਂ ਇਲਾਵਾ 에ਅਰਪੋਰਟ ਤੇ ਮੁਤਲਕਾ ਕੀ ਮੇਰੇ ਵਾਸਤੇ ਪ੍ਰੋਬਲਮਸ ਆ ਸਕਦੀਆਂ ਨੇ, ਹੈ ਮੈਨੂੰ ਕੀ ਮੇਰੀ ਤਿਆਰੀ ਹੋਣੀ ਚਾਹੀਦੀ ਹੈ। ਤੇ ਅਸੀਂ ਇਸ ਟਾਪਿਕ ਉੱਤੇ ਅੱਜ ਦੀ ਵੀਡੀਓ ਬਣਾਵਾਂਗੇ। ਅਸੀਂ ਤੁਹਾਨੂੰ ਕੋਈ ਟਿਪਸ ਦਾਂਗੇ ਹੈ ਜਿਹੜਾ ਸ਼ੁਰੂ ਤੋਂ ਲੱਗ ਕੇ ਇਮੀਗ੍ਰੇਸ਼ਨ ਕੰਟਰੋਲ ਤੱਕ ਹਰ ਚੀਜ਼ ਨੂੰ ਕਵਰ ਕਰੇਗਾ ਔਰ ਹਰ ਚੀਜ਼ ਤੇ ਤੁਹਾਨੂੰ ਤੁਸੀਂ ਕਿਸ ਤਰ੍ਹਾਂ ਪਹਿਲੇ ਆਪਣੇ ਆਪ ਨੂੰ ਤਿਆਰ ਰੱਖ ਸਕਦੇ ਹੋ, ਕਿਹੜੀ ਚੀਜ਼ ਨੂੰ ਤੁਸੀਂ ਅਵੋਇਡ ਕਰ ਸਕਦੇ ਹੋ ਔਰ ਕਿਹੜੀ ਚੀਜ਼ ਤੁਹਾਡੇ ਵਾਸਤੇ ਮਸਾਇਲ ਪੈਦਾ ਕਰ ਸਕਦੀ ਹੈ। ਕੰਪਲੀਟ ਵੀਡੀਓ ਵੇਖੋ ਤਾਂ ਕਿ ਤੁਹਾਡੇ ਕੰਮ ਆਵੇ ਹੈ। ਜਿਹੜੀ ਤਾਂ ਸਭ ਤੋਂ ਪਹਿਲੀ ਚੀਜ਼ ਹੈ ਨਾ, ਖਾਸ ਕਰਕੇ ਜਿਹੜੇ ਅਸੀਂ ਇੰਟਰ ਯੂਰਪੀ ਫਲਾਈਟ ਕਰਨੇ ਆ ਜਾਂ ਅਸੀਂ ਇੰਟਰਨੈਸ਼ਨਲ ਫਲਾਈਟ ਕਰਨੇ ਆ, ਸਾਡੇ ਪਾਸੇ ਅਸੀਂ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਆਪਣੀ ਜਿਹੜੀ ਬੋਰਡਿੰਗ ਹੈ ਉਹ ਆਨਲਾਈਨ ਕਰ ਲੈਣੀ ਚਾਹੀਦੀ ਹੈ। ਇਸ ਦਾ ਪਹਿਲੇ ਨੰਬਰ ਤੇ ਤੁਹਾਨੂੰ ਫਾਇਦਾ ਇੱਕ ਤੇ ਇਹ ਹੁੰਦਾ ਹੈ ਕਿ ਤੁਹਾਡਾ ਟਾਈਮ ਬਚ ਜਾਂਦਾ ਹੈ ਕਿਉਂਕਿ ਤੁਸੀਂ ਜਿਹੜਾ ਟਾਈਮ ਜਾ ਕੇ 에ਅਰਪੋਰਟ 'ਚ ਲਾਈਨਾਂ ਲਗਾ ਕੇ ਕੱਢਣਾ ਉਹ ਤੁਹਾਡਾ ਬਚ ਜਾਂਦਾ। ਲੇਕਿਨ ਜਦੋਂ ਤੁਸੀਂ ਜ਼ਾਹਿਰ ਬਾਤ ਪਾਕਿਸਤਾਨ ਜਾਂਦੇ ਹੋ ਫਿਰ ਉਹ ਤੇ ਇਹਨਾਂ ਦੇ ਬੈਗ ਲੋਕਾਂ ਕੋਲ ਹੁੰਦੇ ਨੇ ਤੇ ਉਹ ਤੇ ਜਾ ਕੇ ਫਿਰ ਉੱਥੇ ਲਾਈਨ 'ਚ ਲੱਗ ਕੇ ਉਹ ਟਾਈਮ ਤੇ ਤੁਹਾਡਾ ਜ਼ਾਇਆ ਹੁੰਦਾ ਹੀ ਹੈ। ਦੂਸਰੀ ਚੀਜ਼ ਜਿਹੜਾ ਸਾਡੇ ਕੋਲ ਬਹੁਤ ਅੱਛਾ ਫਾਇਦਾ ਹੈ ਵੀ ਆਨਲਾਈਨ ਬੋਰਡਿੰਗ ਦਾ, ਉਹ ਤੁਹਾਨੂੰ ਈਮੇਲ 'ਚ ਨਾ ਬੋਰਡਿੰਗ ਕਾਰਡ ਨੰਬਰ ਦੇ ਦਿੰਦੇ ਨੇ, ਤੁਸੀਂ ਆਪਣੀ ਸੀਟ ਸਿਲੈਕਟ ਕਰ ਸਕਦੇ ਹੋ ਤੇ ਉਸ ਦੇ ਦੌਰਾਨ ਤੁਸੀਂ ਜਿਹੜਾ ਆਪਣਾ ਮੈਨੂ ਸਿਲੈਕਟ ਕਰ ਸਕਦੇ ਹੋ, ਆਪਣੀ ਸੀਟ ਸਿਲੈਕਟ ਕਰ ਸਕਦੇ ਹੋ, ਕਿੱਥੇ ਮੈਂ ਸੀਟ ਲੈਣੀ ਹੈ, ਕਿਹੜੀ ਜਗ੍ਹਾ 'ਤੇ ਲੈਣੀ ਹੈ, ਵਿੰਡੋ ਸੀਟ ਹੋਣੀ ਚਾਹੀਦੀ ਹੈ ਜਾਂ ਦਰਮਿਆਨ 'ਚ ਹੋਣੀ ਚਾਹੀਦੀ ਹੈ। ਔਰ ਇਸ ਤੋਂ ਇਲਾਵਾ ਤੁਸੀਂ ਆਪਣਾ ਖਾਣ ਦਾ ਮੈਨੂ ਸਿਲੈਕਟ ਕਰ ਸਕਦੇ ਹੋ। ਮੈਨੂ ਵਿੱਚ ਜਾ ਕੇ ਤੁਸੀਂ ਪਸੰਦ ਕਰ ਸਕਦੇ ਹੋ ਕਿ ਮੈਂ ਕੀ ਚੀਜ਼ ਖਾਣਾ ਹੈ ਔਰ ਉਹ ਤੁਹਾਡੇ ਵਾਸਤੇ ਪਹਿਲੇ ਹੀ ਸਾਈਡ ਤੇ ਹੋ ਜਾਏਗਾ। ਅਗਰ ਕਿਸੇ ਬੰਦੇ ਦੀ ਕੋਈ ਸਪੈਸ਼ਲ ਡਾਈਟ ਹੈ, ਕੋਈ ਸਪੈਸ਼ਲ ਉਹਦਾ ਖਾਣਾ ਹੈ ਤੇ ਉਹ ਵੀ ਉਹ ਰਿਕਮੈਂਡ ਉਹਨਾਂ ਕਰ ਸਕਦਾ ਅਗਰ ਉਹ ਐਕਸੈਪਟ ਕਰ ਲੈਣ ਹੈ। ਤੇ ਇਸ ਤੋਂ ਇਲਾਵਾ ਅਗਰ ਕਿਸੇ ਦੇ ਨਾਲ ਬੱਚੇ ਨੇ ਤੇ ਉਹਨਾਂ ਦੇ ਮੁਤਲਕ ਵੀ, ਉਹਨਾਂ ਦੀ ਖੁਰਾਕ ਦੇ ਮੁਤਲਕ ਵੀ ਉਹਨਾਂ ਨੂੰ ਹਦਾਇਤ ਜਿਹੜੀਆਂ ਨੇ ਫਾਰਵਰਡ ਕਰ ਸਕਦਾ ਹੈ ਵੇ। ਤੇ ਇਹ ਮਤਲਬ ਇਹਦਾ ਬਹੁਤ ਜ਼ਿਆਦਾ ਫਾਇਦਾ ਹੁੰਦਾ ਹੈ। ਦੂਸਰਾ ਹੈ ਵੇ, ਦੂਸਰੇ ਮਤਲਬ ਬੋਰਡਿੰਗ ਤੋਂ ਬਾਅਦ ਅਗਲਾ ਪ੍ਰੋਸੈਸ ਇਹ ਹੁੰਦਾ ਹੈ ਸਿਕਿਉਰਿਟੀ ਕੰਟਰੋਲ ਦਾ, ਕਿ ਸਿਕਿਉਰਿਟੀ ਕੰਟਰੋਲ ਤੇ ਅਸੀਂ ਕਿਸ ਤਰ੍ਹਾਂ ਜਾਈਏ, ਉੱਥੇ ਸਾਡੇ ਨਾਲ ਕੀ ਹੋਵੇਗਾ ਹੈ। ਬਿਹਤਰ ਆਪਸ਼ਨ ਤੇ ਇਹ ਰਹਿੰਦੀ ਹੈ ਕਿ ਜਦੋਂ ਵੀ ਤੁਸੀਂ ਕਿਤੇ ਸਫ਼ਰ ਕਰੋ ਤੇ ਹਮੇਸ਼ਾ ਆਪਣੇ ਘਰ ਤੋਂ ਫਲਾਈਟ ਦਾ ਸਟੇਟਸ ਚੈੱਕ ਕਰਕੇ ਨਿਕਲੋ ਹੈ, ਵੈਦਰ ਕੰਡੀਸ਼ਨ ਚੈੱਕ ਕਰਕੇ ਨਿਕਲੋ ਹੈ ਔਰ ਉਸ ਟਾਈਮ ਦੇ ਮੁਤਲਕਾ ਕਿਤਨੀ ਫਲਾਈਟਸ ਜਾ ਰਹੀਆਂ ਨੇ 에ਅਰਪੋਰਟ ਤੋਂ ਉਹ ਵੀ ਚੈੱਕ ਕਰਕੇ ਨਿਕਲੋ ਹੈ। ਇਸ ਤਰ੍ਹਾਂ ਤੁਹਾਨੂੰ ਇਹ ਅੰਦਾਜ਼ਾ ਹੋ ਜਾਏਗਾ ਕਿ ਅਗਰ ਇਸ ਟਾਈਮ ਤੇ 2 ਫਲਾਈਟਾਂ ਜਾ ਰਹੀਆਂ ਤੇ ਕਿੰਨਾ ਰਸ਼ ਹੋਏਗਾ, ਅਗਰ 4 ਜਾ ਰਹੀਆਂ ਤੇ ਕਿੰਨਾ ਰਸ਼ ਹੋਏਗਾ ਔਰ ਕਿਤਨਾ ਸਾਨੂੰ ਸਿਕਿਉਰਿਟੀ ਲਾਈਨ 'ਚ ਵੇਟ ਕਰਨਾ ਪੈ ਸਕਦਾ ਹੈ। ਉਸ ਹਿਸਾਬ ਨਾਲ ਤੁਸੀਂ ਆਪਣਾ ਟਾਈਮ ਜਿਹੜਾ ਉਹਨੂੰ ਕੈਲਕੂਲੇਟ ਕਰਕੇ ਜਾਓ ਹੈ। ਤੀਸਰੇ ਨੰਬਰ ਤੇ ਇਹ ਹੁੰਦਾ ਕਿ ਸੀਟ, ਅਗਰ ਤੁਹਾਡੇ ਕੋਲ ਆਪਸ਼ਨ ਹੋਵੇ ਸੀਟ ਕਿਹੜੀ ਚੂਜ਼ ਕਰਨੀ ਹੈ ਤੇ ਕੋਸ਼ਿਸ਼ ਕਰੋ ਕਿ ਮੈਂ ਤੁਹਾਨੂੰ ਬੜਾ ਟ੍ਰਿਕ ਦੱਸ ਰਿਹਾ ਕਿ ਦਰਵਾਜ਼ੇ ਦੇ ਕੋਲ ਨਜ਼ਦੀਕ ਜਿਹੜਾ ਉਹ ਸੀਟ ਲਓ ਜਿਸ ਦਰਵਾਜ਼ੇ ਤੋਂ ਐਂਟਰੀ ਐਗਜ਼ਿਟ ਜਹਾਜ਼ ਦੇ ਵਿੱਚ ਹੁੰਦਾ ਹੈ ਵੇ। ਔਰ ਅਗਰ ਤੁਸੀਂ ਕੋਈ, ਜਿਸ ਤਰ੍ਹਾਂ ਅਸੀਂ ਅਮੂਮਨ ਲੋਕ ਕਰਨੇ ਸਾਡੇ ਕੋਲ ਬੜੇ ਬੜੇ ਹੈਂਡ ਕੈਰੀ ਹੁੰਦੇ ਨੇ ਜਾਂ ਸਮਾਨ ਅਸੀਂ ਹੈਂਡ ਕੈਰੀ 'ਚ ਹੈਂਡ ਕੈਰੀ ਦੇ ਤੌਰ 'ਤੇ ਯੂਜ਼ ਕਰਨੇ ਆ, ਤਾਂ ਇਹ ਟ੍ਰਿਕ ਜਿਹੜਾ ਬੜਾ ਫਾਇਦਾ ਹੁੰਦਾ ਅਗਰ ਤੁਸੀਂ ਤੁਹਾਡੀ ਟ੍ਰਾਂਜ਼ਿਟ ਫਲਾਈਟ ਹੈ ਜਾਂ ਡਾਇਰੈਕਟ ਫਲਾਈਟ ਹੈ ਤੇ ਉਹ ਤੁਸੀਂ ਉਹ ਸਮਾਨ ਲੈ ਕੇ ਬੜੀ ਈਜ਼ੀਲੀ ਜਿਹੜਾ ਐਗਜ਼ਿਟ ਕਰ ਸਕਦੇ ਹੋ, ਬੜੀ ਈਜ਼ੀਲੀ ਜਿਹੜਾ ਤੁਸੀਂ ਜਹਾਜ਼ ਦੇ ਅੰਦਰ ਜਾ ਸਕਦੇ ਹੋ। ਯਾਨੀ ਕਿ ਲਾਈਨਾਂ ਤੁਹਾਨੂੰ ਪਤਾ ਹੈ ਜਿਸ ਟਾਈਮ ਕੋਈ ਵੀ ਜਗ੍ਹਾ ਤੇ ਜਹਾਜ਼ ਰੁਕਦਾ ਹੈ ਤੇ ਫਿਰ ਲਾਈਨਾਂ ਕਿਸ ਤਰ੍ਹਾਂ ਲੱਗਦੀਆਂ ਨੇ ਔਰ ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਹੈ।
ਉਸ ਤੋਂ ਬਾਅਦ ਇੱਕ ਹੋਰ ਬੜਾ ਅੱਛਾ ਪੁਆਇੰਟ ਹੈ ਵੇ ਕਿ ਤੁਸੀਂ ਜਿਤਨੇ ਵੀ ਆਪਣੇ ਡਾਕੂਮੈਂਟਸ ਨੇ ਇਮੀਗ੍ਰੇਸ਼ਨ ਵਾਸਤੇ ਜਿਹੜੇ ਤੁਸੀਂ ਤਿਆਰ ਕੀਤੇ ਨੇ ਹੈ, ਕੋਸ਼ਿਸ਼ ਕਰੋ ਜਿਹਦੇ 'ਚ ਤੁਹਾਡਾ ਪਾਸਪੋਰਟ ਆ ਜਾਂਦਾ ਹੈ, ਡਰਾਈਵਿੰਗ ਲਾਇਸੈਂਸ ਆ ਜਾਂਦਾ ਹੈ, ਜਾਂ ਤਾਂ ਉਹ ਤਾਂ ਖੈਰ ਜ਼ਰੂਰਤ ਨਹੀਂ ਹੁੰਦਾ, ਰੈਜ਼ੀਡੈਂਸ ਕਾਰਡ ਹੈ, ਜਾਂ ਇਸ ਤੋਂ ਇਲਾਵਾ ਮੁਤਲਕਾ ਜਿਤਨੇ ਵੀ ਤੁਹਾਡੇ ਡਾਕੂਮੈਂਟਸ ਨੇ ਉਹਨਾਂ ਨੂੰ ਅੱਛੇ ਤਰੀਕੇ ਨਾਲ ਤਰਤੀਬ ਦੇ ਕੇ, ਔਰ ਕੋਸ਼ਿਸ਼ ਕਰੋ ਕਿ ਛੋਟਾ ਜਿਹਾ ਬੈਗ ਜਿਹੜਾ ਹੁੰਦਾ ਜਿਹਨੂੰ ਤੁਸੀਂ ਕੰਬਲ ਨਾਲ ਬੰਨ੍ਹ ਲੈਂਦੇ ਹੋ ਹੈ, ਉਹਦੇ 'ਚ ਤਰਤੀਬ ਨਾਲ ਕਰਕੇ ਰੱਖੋ ਹੈ, ਤਾਂ ਕਿ ਜਦੋਂ ਵੀ ਤੁਸੀਂ ਇਮੀਗ੍ਰੇਸ਼ਨ ਦੇ ਪੁਆਇੰਟ 'ਤੇ ਜਾਓ ਅਤੇ ਤੁਸੀਂ ਹਰ ਜਿਹੜਾ ਮੁਤਲਕਾ ਡਾਕੂਮੈਂਟ ਹੈ ਉਹ ਤਰਤੀਬ ਨਾਲ ਕੱਢ ਕੇ ਉਹਨਾਂ ਨੂੰ ਦਿਖਾ ਸਕੋ, ਨਾ ਕਿ ਤੁਸੀਂ ਕਨਫਿਊਜ਼ ਹੋਵੋ ਹੈ। ਉਸ ਤੋਂ ਬਾਅਦ ਇੱਕ ਬਹੁਤ ਵੱਡੀ ਪ੍ਰੋਬਲਮ ਇਹ ਆਉਂਦੀ ਹੈ ਕਿ ਜਦੋਂ ਵੀ ਅਸੀਂ ਕਿਸੇ ਜਗ੍ਹਾ 'ਤੇ ਵੀ ਟ੍ਰਾਂਜ਼ਿਟ 'ਤੇ ਜਾਂਦੇ ਹਾਂ ਤਾਂ ਸਾਡੇ ਵਾਸਤੇ ਬੜਾ ਇਸ਼ੂ ਬਣਦਾ ਹੈ ਕਿ ਕੰਟਰੋਲ ਸਿਕਿਉਰਿਟੀ ਦਾ, ਠੀਕ ਹੈ ਜੀ, ਕਿ ਅਗਰ ਅਸੀਂ ਕਤਰ ਏਅਰਵੇਜ਼ ਦੇ ਥਰੂ ਆ ਰਹੇ ਹਾਂ ਜਾਂ ਅਸੀਂ ਦੂਸਰੀ ਏਅਰਵੇਜ਼ ਦੇ ਥਰੂ ਆ ਰਹੇ ਹਾਂ, ਸਾਡੇ ਵਾਸਤੇ ਬੜਾ ਇਸ਼ੂ ਬਣਦਾ ਹੈ ਕਿ ਉੱਥੇ ਜਾ ਕੇ ਸਾਨੂੰ ਸਿਕਿਉਰਿਟੀ ਲਾਈਨ 'ਚ ਜਾ ਕੇ ਦੁਬਾਰਾ ਇੱਕ ਵਾਰੀ ਕੰਟਰੋਲ ਕੀਤਾ ਜਾਂਦਾ ਹੈ। ਤਾਂ ਉਹਦੇ ਵਾਸਤੇ ਇਹ ਵੀ ਬਹੁਤ ਟੈਂਸ ਟਾਈਮ ਹੁੰਦਾ ਹੈ, तो ये वास्ते बेहतरीन तरीका है कि काम रहो, बहुत पुरसकून रहो है, और टेंस नहीं होना है, और अमले नाल किसी किसी किस्म की बदतमीजी नहीं करनी है, बहुत ही पुरसकून हो, क्योंकि बाद दफ़ा बंदा सफ़र का थके आंदा है तो फिर बंदा थोड़ा टेंस हो जाता है कि वो बंदा बाद दफ़ा उन्होंने लड़ाई कर लेंदा है, या कोई बहुत बंदे जिहड़े ने वायलेंट हो जाते हैं, वो फिर यह होंदा है कि उन्होंने पिछे भी भेज सकते हैं। ये कोशिश करो कि बड़े ही अच्छे तरीके नाल सुलझे तरीके नाल है, क्योंकि बाद दफ़ा 5 मिनट का काम जो घंटिया के करने की किहड़ी जरूरत होंदी है, मैं फालतू बंदा कर लिया, मैं नहीं करना, यह नहीं करना। तो वह बेहतरीन तरीका है कि हर चीज़ जी है वो कढ़ के बास्केट च रखो। ये अगर घड़ी वगैरह पहनी है, बैल्ट वगैरह भी लवा लेंदे ने, शूज़ भी लवा लेंदे, कोशिश करो कि शूज़ जिहड़े ने ਉਹ ਜਿਹੜੇ ਨੇ ਉਹ ਹਲਕੇ ਜਿਹੇ ਪਹਿਨੋ ਹੈ, ਇੰਨੇ ਜ਼ਿਆਦਾ ਫੈਸ਼ਨੀ ਨਾ ਪਾਓ ਹੈ ਕਿ ਉਹ ਬਾਅਦ 'ਚ ਤੁਸੀਂ ਫਿਰ ਉਹ ਉਤਾਰਨ 'ਤੇ ਤੰਗ ਹੋਵੋਗੇ, ਕਿਉਂਕਿ ਉਹ ਉਤਾਰੋਗੇ ਫਿਰ ਪਾਓਗੇ ਫਿਰ ਬੰਦਾ ਟੈਨਸ਼ਨ 'ਚ ਆ ਜਾਂਦਾ ਹੈ। ਇੱਕ ਹੋਰ ਬੜੀ ਅੱਛੀ ਟਿਪਸ ਜਿਹੜੀ ਹੈ ਉਹ ਹੈ ਵੇ ਕਿ ਜਿਸ ਟਾਈਮ ਵੀ ਤੁਸੀਂ ਸਿਕਿਉਰਿਟੀ ਲਾਈਨ 'ਚ ਲੱਗੋ ਹੈ तो कोशिश करो कि लाइन वाल वेखो कि किस लाइन विच मेरे को चांसिस ने कि मैं जल्दी निकल जाऊँगा है। उहदे वास्ते एक टिप यह होंदी है कि देखो कि किस लाइन विच लोगों ने ज़्यादा बैग पकड़े हुए ने, ज़्यादा चीज़ां पकड़ियां ने, उस चीज़ नूं अवॉइड करो है, क्योंकि वो जितने ज़्यादा बैग होंगे, जितने ज़्यादा चीज़ां होंगियां, उतनी सिक्योरिटी कंट्रोल च जाणगियां और उतना ही ज़्यादा टाइम लगेगा। और जिस लाइन च ज़्यादा बच्चे होंगे उसका भी तुसीं अंदाज़ा कर लो कि उहदे ते भी थोड़ा ज़्यादा टाइम लगेगा है। एक होर बड़ी टिप है वे कि जिस लाइन तुसीं देखो कि मुतलका सिक्योरिटी वाला बंदा जिहड़ा है उस स्कैनर नूं, मशीन नूं बार बार चैक कर रहा है, बार बार ऑब्जर्व हर चीज़ नूं ऑब्जर्व कर रहा है, उसनूं भी अवॉइड करो, क्योंकि इसका मतलब है कि कोई नवा बंदा है सीनियर दे नाल प्रैक्टिकल कर रहे हैं, और प्रैक्टिकल काल जिहड़े करते हैं उन्होंने भी अवॉइड करके निकल जो। देखो कि जिस लाइन च बंदे बड़े थोड़े घट ने, या जिन्ना कोई चीज़ है जिहड़े मतलब थोड़े ठीक लग रहे हैं, उस लाइन नूं ज़्यादा यूज़ करो है। उस तो बाद एक होर चीज़ आ जाती है कि बाद मुल्कां च यह चीज़ होंदी है कि ਜਦੋਂ ਵੀ ਤੁਸੀਂ ਲੈਂਡਿੰਗ ਕਰਨੀ ਹੁੰਦੀ ਤੇ ਜਹਾਜ਼ ਦੇ ਵਿੱਚ ਤੁਹਾਨੂੰ ਜਿਹੜਾ ਇੱਕ ਫਾਰਮ ਦਿੰਦੇ ਨੇ ਫਿਲ ਕਰਨ ਦਾ ਉਸ ਮੁਤਲਕਾ ਮੁਲਕ ਦਾ ਹੈ, ਤੇ ਕੋਸ਼ਿਸ਼ ਕਰੋ ਕਿ ਉਹਨੂੰ ਜਹਾਜ਼ ਵਿੱਚ ਬੈਠ ਕੇ ਤਸੱਲੀ ਦੇ ਨਾਲ ਪੂਰਾ ਕਰ ਲਓ। ਬਾਅਦ 'ਚ ਇਹ ਨਾ ਹੋਵੇ ਕਿ ਇਮੀਗ੍ਰੇਸ਼ਨ ਕਾਊਂਟਰ 'ਤੇ ਜਾਓ ਤੁਹਾਡੇ ਕੋਲ ਮੰਗ ਬਣ, ਫਿਰ ਬੰਦਾ ਕਨਫਿਊਜ਼ ਹੋ ਜਾਂਦਾ ਹੈ। ਤੇ ਕੋਸ਼ਿਸ਼ ਕਰੋ ਕਿ ਆਪਣੀ ਪੈਨਸਿਲ ਜਿਹੜੀ ਉਹ ਆਪਣੇ ਕੋਲ ਹੀ ਹੋਵੇ, ਕਿਉਂਕਿ ਜਦੋਂ ਇਹੋ ਜਿਹਾ ਕੋਈ ਇਸ਼ੂ ਬਣਦਾ ਨਾ ਤਾਂ ਫਿਰ ਇਹ ਹੀ ਹੁੰਦਾ ਕਿ ਹਰ ਬੰਦਾ ਜਿਹੜਾ ਉਹਦੀ ਕੋਸ਼ਿਸ਼ ਹੁੰਦੀ ਮੈਂ ਦੂਸਰੇ ਕੋਲ ਹੀ ਪੈਨਸਿਲ ਨਾ, ਤੇ ਉਹ ਫਿਰ ਉਹ ਬੰਦਾ ਉਹਦੇ 'ਚ ਟੈਨਸ਼ਨ 'ਚ ਆ ਜਾਂਦਾ। ਚਲੋ ਆਪਣੀ ਯੂਜ਼ ਕਰਕੇ ਬੰਦਾ ਬਾਅਦ 'ਚ ਦੇ ਸਕਦੇ, ਬਾਅਦ 'ਚ ਦਿੰਦਾ ਤੇ ਵਾਪਸ ਕੋਈ ਨਹੀਂ ਹੈ, ਚਲੋ ਲੇਕਿਨ ਇਹ ਕਿ ਪਹਿਲੇ ਆਪਣਾ ਕੰਮ ਕਰ ਲਓ, ਆਪਣਾ ਕੰਪਲੀਟ ਕਰਕੇ ਤੇ ਫਿਰ ਕਿਸੇ ਨੂੰ ਦਵੋ ਹੈ। ਉਸ ਤੋਂ ਬਾਅਦ ਜਿਹੜਾ ਸਭ ਤੋਂ ਮੋਰ ਸਟਰੈਸਫੁਲ ਜਿਹੜਾ ਪੁਆਇੰਟ ਹੁੰਦਾ ਉਹ ਹੁੰਦਾ ਇਮੀਗ੍ਰੇਸ਼ਨ ਦਾ ਪੁਆਇੰਟ। ਤੁਸੀਂ ਇਮੀਗ੍ਰੇਸ਼ਨ 'ਤੇ ਕਿਸ ਤਰ੍ਹਾਂ ਬਿਹੇਵ ਕਰਨਾ ਹੈ, ਉਹਦੇ 'ਚ ਸਭ ਤੋਂ ਇੰਪੋਰਟੈਂਟ ਚੀਜ਼ ਹੈ ਕਿ ਆਪਣੀ ਇਮੇਜ, ਆਪਣੀ प्रोफाइल के बारे बड़े ही एहतियात करो, यानी कि बड़े अच्छे सूटिड बूटिड होवो, बड़े अच्छे तरीके नाल बिहेव करो, क्योंकि कहते हैं कि फस्ट इंप्रैशन इज़ द लास्ट इंप्रैशन। तो तुसी अपना इंप्रैशन अच्छा पाओगे तो फिर ही दूसरी तरफों भी वो अगले दूसरा भी बंदा सोचेगा कि बड़ा बंदा सुलझिया बंदा है, बड़ा ही
ਯਾਨੀ ਕਿ ਤੁਹਾਡਾ ਇਮੇਜ ਇਹੋ ਜਿਹਾ ਹੋਣਾ ਚਾਹੀਦਾ ਕਿ ਕਿਸੇ ਵੀ ਮੁਲਕ ਦੇ ਵਿੱਚ ਐਂਟਰੀ ਵਾਲਾ ਹੋਣਾ ਚਾਹੀਦਾ ਕਿ ਉਹ ਬੰਦੇ ਤੁਹਾਨੂੰ ਵਾਰਮ ਵੈਲਕਮ ਕਰਨ ਵਾਲੇ ਹੋਣ ਹੈ। ਹਾਂ, ਐਗਜ਼ਾਸਟਿਡ ਇਮੇਜ ਨਾ ਆਪਣਾ ਬਣਾਓ ਹੈ ਕਿ ਜਾਂ ਥੱਕੇ ਇੰਜ ਨਾ ਬੜੇ ਸ਼ਾਰਪ ਮਾਈਂਡਡ ਹੋ ਕੇ ਇਮੀਗ੍ਰੇਸ਼ਨ ਵਾਲਿਆਂ ਦੇ ਸਾਹਮਣੇ ਖੜੇ ਹੋ ਹੈ। ਤੇ ਇੱਕ ਹੋਰ ਬੜਾ ਪੁਆਇੰਟ ਇੰਪੋਰਟੈਂਟ ਹੈ ਕਿ ਕੋਸ਼ਿਸ਼ ਕਰੋ ਕਿ ਜ਼ਿਆਦਾ ਗੱਲਾਂ ਨਾ ਕਰੋ ਇਮੀਗ੍ਰੇਸ਼ਨ ਆਫਿਸਰ ਦੇ ਨਾਲ ਹੈ, ਜਾਂ ਜ਼ਿਆਦਾ ਉਹਨੂੰ ਕਹਾਣੀ ਸੁਣਾਉਣ ਦੀ ਲੋੜ ਨਹੀਂ ਹੁੰਦੀ ਹੈ ਕਿ ਜਿਤਨੀ ਤੁਹਾਡੇ ਕੋਲ ਗੱਲ ਪੁੱਛੇ ਕੋਸ਼ਿਸ਼ ਕਰੋ ਉਤਨਾ ਹੀ ਜਵਾਬ ਦੇਣ ਦੀ। ਇਹ ਬੰਦਾ ਜਵਾਬ ਉਤਨਾ ਉਦੋਂ ਹੀ ਦਿੰਦਾ ਜਿੱਦੋਂ ਉਹਨੂੰ ਆਪਣੇ ਸਫ਼ਰ ਦੇ ਆਪਣੇ ਡਾਕੂਮੈਂਟਸ ਦੇ ਬਾਰੇ ਡਿਟੇਲ ਇਨਫੋਰਮੇਸ਼ਨ ਹੁੰਦੀ ਔਰ ਅੱਛੇ ਤਰੀਕੇ ਨਾਲ ਤਰਤੀਬ ਦੇ ਨਾਲ ਰੱਖੇ ਹੁੰਦੇ ਨੇ ਹੈ। ਜਦੋਂ ਤੁਸੀਂ ਇਸ ਬਾਰੇ ਸ਼ੋਰ ਨਹੀਂ ਹੋਵੋਗੇ ਹੈ ਤੇ ਫਿਰ ਤੁਸੀਂ ਅੱਗੇ ਗਾਹੇ ਬਗਾਹੇ ਇੱਧਰ ਦੀ ਉੱਧਰ ਗੱਲ ਕਰੋਗੇ ਔਰ ਹਮੇਸ਼ਾ ਜਿਤਨੀਆਂ ਜ਼ਿਆਦਾ ਗੱਲਾਂ ਹੋਣਗੀਆਂ ਉਤਨੇ ਹੀ ਡਾਊਟਸ ਕ੍ਰੀਏਟ ਹੋਣਗੇ, ਸ਼ੱਕ ਸ਼ੁਬਹਾਤ ਪੈਦਾ ਹੋਣਗੇ ਬੰਦੇ ਦੀ ਐਂਟਰੀ ਦੇ ਬਾਰੇ। ਇਸ ਤਰ੍ਹਾਂ ਆਪਣੀ ਇਮੇਜ ਕਲੀਅਰ, ਅੱਛੇ ਸੂਟਡ ਬੂਟਡ, ਸ਼ਾਰਪ ਮਾਈਂਡਡ ਹੋ ਕੇ ਔਰ ਜਿਤਨੇ ਕੁ ਬੰਦਾ ਗੱਲ ਕਰੇ ਜਿਹੜਾ ਡਾਕੂਮੈਂਟ ਆਰਾਮ ਨਾਲ ਤਰਤੀਬ ਨਾਲ ਇਸ ਤਰ੍ਹਾਂ ਕਰਕੇ ਉਹਦੇ ਹੱਥ 'ਚ ਪਕੜਾਓ ਹੈ, ਉਹਨੂੰ ਪਤਾ ਹੋਵੇ ਕਿ ਬੰਦਾ ਪ੍ਰੀਪੇਅਰ ਹੋ ਕੇ ਆਇਆ ਹੈ। ਕਿਉਂਕਿ ਜਿਤਨੀ ਜਿਹੜੀ ਤੁਹਾਡੀ ਸੈਂਸੇਸ਼ਨ ਹੋਵੇਗੀ, ਜਿਹੜੀ ਤੁਹਾਡੀ ਫੀਲਿੰਗ ਹੋਵੇਗੀ, ਜੇ ਤੁਸੀਂ ਅਗਰ ਰਿਲੈਕਸ ਮਾਈਂਡ ਹੋ ਤਾਂ ਅਗਲਾ ਵੀ ਬੰਦਾ ਤੁਹਾਨੂੰ ਰਿਲੈਕਸ ਫੀਲ ਕਰੇਗਾ। ਜੇ ਤੁਸੀਂ ਕਨਫਿਊਜ਼ਡ ਮਾਈਂਡ ਹੋ ਕੇ ਜਵਾਬ ਦੇ ਰਹੇ ਹੋ, ਕਨਫਿਊਜ਼ਨ ਦਾ ਸ਼ਿਕਾਰ ਹੋ ਜਾਂ ਸਟ੍ਰੈਸ 'ਚ ਆ ਗਏ ਹੋ ਜਾਂ ਪਰੇਸ਼ਾਨ ਹੋ ਗਏ ਹੋ ਤੇ ਅਗਲਾ ਵੀ ਤੁਹਾਨੂੰ ਉਸ ਹਿਸਾਬ ਨਾਲ ਹੀ ਤੁਹਾਨੂੰ ਫੀਲ ਕਰੇਗਾ। ਜਿਸ ਕਰਕੇ ਜਿਤਨੇ ਤੁਸੀਂ ਰਿਲੈਕਸ ਔਰ ਈਜ਼ੀ ਹੋਵੇਗੇ ਉਤਨਾ ਤੁਹਾਡਾ ਕੰਮ ਆਸਾਨ ਹੋਵੇਗਾ ਹੈ। ਉਸ ਤੋਂ ਬਾਅਦ ਆਖਰੀ ਚੀਜ਼ ਹੈ ਵੀ ਕਿ ਤੁਹਾਨੂੰ ਇਮੀਗ੍ਰੇਸ਼ਨ ਤੋਂ ਬਾਅਦ ਤੁਹਾਨੂੰ ਕਲੀਅਰ ਹੋਣਾ ਚਾਹੀਦਾ ਕਿ ਮੈਂ ਅੱਗੋਂ ਕੀ ਕਰਨਾ ਹੈ। ਬਾਅਦ ਬੰਦੇ ਜਿਨ੍ਹਾਂ ਨੂੰ ਏਅਰਪੋਰਟ 'ਤੇ ਲੈਣ ਆਏ ਹੁੰਦੇ ਨੇ ਬੰਦੇ, ਉਹਨਾਂ ਨੂੰ ਤਾਂ ਪਤਾ ਹੁੰਦਾ ਸੀ ਕੀ ਕਰਨਾ। ਲੇਕਿਨ ਅਗਰ ਤੁਸੀਂ ਜਦੋਂ ਮਿਸਾਲ ਤੌਰ 'ਤੇ ਤੁਸੀਂ ਕੋਈ ਵੀਜ਼ਾ ਲਗਵਾ ਕੇ ਆਏ ਹੋ ਅਤੇ ਹੁਣ ਤੁਹਾਨੂੰ ਬੰਦਾ ਲੈਣ ਵੀ ਨਹੀਂ ਆਇਆ, ਹੁਣ ਤੁਹਾਨੂੰ ਕਲੀਅਰ ਹੋਣਾ ਚਾਹੀਦਾ ਕਿ ਅੱਗੋਂ ਮੈਂ ਕੀ ਕਰਨਾ। ਉਹਦੇ ਵਾਸਤੇ ਬਿਹਤਰੀਨ ਇਹ ਹੋਣਾ ਚਾਹੀਦਾ ਤੁਹਾਡੇ ਕੋਲ ਮੈਪ ਹੋਣਾ ਚਾਹੀਦਾ ਜਾਂ ਨਹੀਂ ਹੈ ਤੇ ਆਪਣੀ ਸਿਮ ਵਗੈਰਾ ਦਾ ਅਰੇਂਜ ਕਰੋ। ਜੇ ਪਾਕਿਸਤਾਨ ਤੋਂ ਆ ਰਹੇ ਤੇ ਆਪਣੀ ਇੰਟਰਨੈਸ਼ਨਲ ਸਿਮ ਵਗੈਰਾ ਲੈ ਕੇ ਆਓ, ਨਹੀਂ ਹੈ ਤੁਸੀਂ ਉਸ ਮੁਤਲਕਾ ਸਿਟੀ ਦਾ ਤੁਹਾਡੇ ਕੋਲ ਮੈਪ ਹੋਣਾ ਚਾਹੀਦਾ ਕਿ ਮੈਂ ਕਿ ਇੱਥੇ ਉਸ ਨੂੰ ਜਿਹੜੇ ਸਪੋਰਟਿਵ ਡਾਕੂਮੈਂਟਸ ਹੋਣੇ ਚਾਹੀਦੇ ਨੇ ਹੈ ਜਿੱਦਾਂ ਤੁਸੀਂ ਸਿਟੀ ਦੇ ਵਿੱਚ ਜਾਣਾ ਕਿ ਇਹਦਾ ਟ੍ਰੇਨ ਸਟੇਸ਼ਨ ਕਿੱਥੇ ਵੇ, ਇਹਦਾ ਟੈਕਸੀ ਸਟੇਸ਼ਨ ਕਿੱਥੇ ਵੇ, ਮੈਂ ਕਿੱਥੇ ਜਾਣਾ ਹੈ, ਉਹਨੂੰ ਲੈ ਕੇ ਕਿਸ ਤਰ੍ਹਾਂ ਜਾ ਸਕਦਾ ਹੈ, ਕਿਤਨੇ ਪੈਸੇ ਲੱਗਣਗੇ, ਕਿਆ ਉਹ ਮੇਰੇ ਕੋਲ ਤਿਆਰ ਹੈ ਨੇ ਕਿ ਨਹੀਂ ਹੈ ਨਾ। ਕਿਉਂਕਿ ਜਦੋਂ ਬੰਦਾ ਲੰਬਾ ਸਫ਼ਰ ਕਰਕੇ ਆਉਂਦਾ ਹੈ ਤੇ ਥੱਕਿਆ ਵੀ ਜ਼ਿਆਦਾ ਹੁੰਦਾ ਹੈ ਤੇ ਫਿਰ ਅੱਗੋਂ ਇਨਸਾਨ ਇਸ ਤਰ੍ਹਾਂ ਤਿਆਰ ਨਾ ਹੋਇਆ ਹੋਵੇ ਤੇ ਫਿਰ ਮਸਾਇਲ ਵੀ ਬਣਦੇ ਨੇ, ਬੰਦਾ ਪਰੇਸ਼ਾਨ ਵੀ ਹੁੰਦਾ ਹੈ। ਵੀ ਪ੍ਰੈਕਟੀਕਲ ਹੋਵੋ ਤੇ ਮਸਾਇਲ ਵੀ ਘੱਟ ਬਣਦੇ ਨੇ। ਜੀਵਨ ਦੇ ਵਾਸਤੇ ਰਹੋ। ਫੀ ਅਮਾਨ ਅੱਲਾ। ਅੱਲਾ ਹਾਫਿਜ਼।